ਵੈਲਕਮ ਟੂ ਡੀ ਅਕੈਡਮੀ। ਤਾਂ ਜਿਵੇਂ ਕਿ ਆਪਣਾ SST ਦਾ ਕੋਰਸ ਚੱਲ ਰਿਹਾ ਹੈ, ਆਪਣੀ ਜੀਓਗ੍ਰਾਫੀ ਦੇ ਨਾਲ ਆਪਾਂ ਪੋਲੀਟੀਕਲ ਵੀ ਕਰ ਰਹੇ ਹਾਂ, ਸਿਵਿਕਸ ਵੀ ਕਰ ਰਹੇ ਹਾਂ ਤੇ ਆਪਣੇ ਜੋ ਕੁਝ 2 ਲੈਕਚਰਸ ਕੌਨਸਟੀਟਿਊਸ਼ਨ ਦੇ ਉੱਤੇ ਜਾ ਚੁੱਕੇ ਹਨ। ਤੇ ਇਸ ਤੋਂ ਬਾਅਦ ਕਿ ਅੱਜ ਆਪਾਂ ਆਪਣਾ ਨਵਾਂ ਚੈਪਟਰ ਸ਼ੁਰੂ ਕਰਾਂਗੇ। ਉਹ ਨਵੇਂ ਚੈਪਟਰ ਦੇ ਵਿੱਚ ਆਪਾਂ ਨੇ ਕਰਨਾ ਹੈ ਕੁਝ ਕਮਿਸ਼ਨਸ ਐਂਡ ਜੋ ਆਪਣਾ ਇੱਕ ਯੂਨੀਅਨ ਟੈਰੀਟਰੀ ਅਤੇ ਸਿਟੀਜ਼ਨਸ਼ਿਪ। ਤਾਂ ਇਹ ਚੈਪਟਰਸ ਨੂੰ ਜੋ ਹੈ ਆਪਾਂ ਟਾਰਗੇਟ ਕਰਕੇ ਚੱਲਾਂਗੇ। ਤਾਂ ਸਭ ਤੋਂ ਪਹਿਲਾਂ ਜੇ ਅਗਰ ਗੱਲ ਕਰੀਏ ਆਪਾਂ ਯੂਨੀਅਨ ਟੈਰੀਟਰੀਜ਼ ਦੀ, ਤਾਂ ਯੂਨੀਅਨ ਟੈਰੀਟਰੀ ਦੇ ਵਿੱਚ ਜੋ ਹੈ ਆਪਾਂ ਨੂੰ ਜੋ ਯੂਨੀਅਨ ਐਂਡ ਇਟਸ ਟੈਰੀਟਰੀ, ਤਾਂ ਇਹਦੇ ਬਾਰੇ ਆਪਾਂ ਨੇ ਕੱਲ੍ਹ ਆਰਟੀਕਲਸ ਦੇ ਵਿੱਚ ਗੱਲ ਕੀਤਾ ਸੀ ਕਿ ਜੋ ਪਹਿਲਾ ਪਾਰਟ ਜੋ ਹੈ ਪਾਰਟ 1 ਦੇ ਵਿੱਚ ਜਿਹੜੇ 4 ਆਪਣੇ ਫਸਟ ਆਰਟੀਕਲਸ ਨੇ ਉਹ ਕਿਹਦੇ ਬਾਰੇ ਗੱਲ ਕਰਦੇ, ਉਹ ਯੂਨੀਅਨ ਐਂਡ ਇਟਸ ਟੈਰੀਟਰੀਜ਼ ਬਾਰੇ ਹੀ ਗੱਲ ਕਰਦੇ ਨੇ। ਤਾਂ ਅਗਰ ਉਹਨਾਂ ਨੂੰ ਆਪਾਂ ਦੇਖੀਏ ਤਾਂ ਪਹਿਲਾ ਜਿਹੜਾ ਆਪਣਾ ਫਸਟ ਜੋ ਆਰਟੀਕਲ ਹੈ, ਫਸਟ ਆਰਟੀਕਲ ਦੇ ਵਿੱਚ ਕੀ ਗੱਲ ਕਹੀ ਗਈ ਹੈ। ਫਸਟ ਆਰਟੀਕਲ ਦੇ ਵਿੱਚ ਕੀ ਜੋ ਹੈ ਉਹਦੇ ਅਗਰ ਆਪਾਂ ਧਿਆਨ ਦਈਏ ਤਾਂ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਟੇਟ ਟੂ ਇੰਡੀਆ। ਤਾਂ ਪਹਿਲਾਂ ਕੀ ਸੀ, ਇੱਕ ਤਰੀਕੇ ਦੇ ਨਾਲ ਐਵੇਂ ਵੀ ਕਿਹਾ ਜਾਂਦਾ ਸੀ ਕਿ ਜੋ ਇੰਡੀਆ ਦਾ ਨਾਮ ਕੀ ਹੋਣਾ ਚਾਹੀਦਾ, ਇੰਡੀਆ ਜਾਂ ਭਾਰਤ ਹੋਣਾ ਚਾਹੀਦਾ ਹੈ, ਜਾਂ ਇਹਨੂੰ ਫਿਰ ਯੂਨੀਅਨ ਆਫ ਸਟੇਟਸ ਕਿਉਂ ਕਿਹਾ ਜਾਣਾ ਚਾਹੀਦਾ। ਤਾਂ ਇਹਦੇ ਵਿੱਚ ਕੀ ਗੱਲ ਹੋਈ ਸੀ, ਇਸ ਤੋਂ ਬਾਅਦ ਕੀ ਹੋਇਆ ਸੀ ਕਿ ਇਹਨੂੰ ਕੀ ਸਟੇਟਸ ਦਾ ਨਾਮ ਹੀ ਦਿੱਤਾ ਗਿਆ ਸੀ ਕਿ ਇਹਨੂੰ ਆਪਾਂ ਸਟੇਟ ਕਹਿ ਸਕਦੇ ਹਾਂ। ਤੇ ਇਸ ਦੇ ਬਾਅਦ ਕੀ ਸੀ, ਯੂਨੀਅਨ ਆਫ ਸਟੇਟਸ। ਯੂਨੀਅਨ ਆਫ ਸਟੇਟਸ ਨਾਮ ਕਿਉਂ ਦਿੱਤਾ ਗਿਆ ਸੀ, ਕਿਉਂਕਿ ਇਹਦਾ ਰੀਜ਼ਨ ਸੀ ਕਿ ਇਹਨੂੰ ਜਿਸ ਤਰੀਕੇ ਦੇ ਨਾਲ ਆਪਣੇ ਇੰਡੀਆ ਦੇ ਵਿੱਚ ਫੈਡਰਲ ਸਿਸਟਮ ਵੀ ਹੈ, ਤਾਂ ਯੂਨੀਅਨ ਹੀ ਕਿਉਂ ਕਿਹਾ ਗਿਆ। ਤਾਂ ਇਸ ਦਾ ਡਾਕਟਰ BR ਅੰਬੇਦਕਰ ਨੇ ਇਹਦਾ ਇਹ ਰੀਜ਼ਨ ਦੱਸਿਆ ਸੀ ਵੀ ਕਿ ਜੋ ਕੀ ਹੈ ਜਦੋਂ ਹੁਣ ਇੰਡੀਆ ਫਾਰਮ ਹੋ ਗਿਆ ਤਾਂ ਇਹਦੇ ਵਿੱਚ ਜਿਹੜੀਆਂ ਸਟੇਟਸ ਨੇ ਉਹ ਸਟੇਟਸ ਕੀ ਹੈ, ਉਹਨਾਂ ਨੂੰ ਇਹ ਅਧਿਕਾਰ ਨਹੀਂ ਹੈ, ਇਹ ਰਾਈਟ ਨਹੀਂ ਹੈ ਕਿ ਉਹ ਕੀ ਹੈ ਵੀ ਮਤਲਬ ਇੰਡੀਆ ਤੋਂ ਅੱਡ ਹੋ ਜਾਣ। ਤਾਂ ਇਸ ਲਈ ਇਹਨੂੰ ਜੋ ਕੀ ਕਿਹਾ ਗਿਆ ਸੀ, ਯੂਨੀਅਨ ਆਫ ਸਟੇਟਸ ਕਿਹਾ ਗਿਆ ਸੀਗਾ ਕਿ ਜੋ ਸਟੇਟਸ ਇਹਦੇ ਵਿੱਚ ਇਨਕਲੂਡ ਹੋ ਚੁੱਕੀਆਂ ਨੇ ਉਹ ਕੀ ਹੈ ਅੰਦਰ ਇੱਕ ਪਰਟੀਕੂਲਰ ਬਾਊਂਡਰੀ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਸਟੇਟਸ ਫਾਰਮ ਹੋ ਜਾਣ, ਬਟ ਉਹ ਸਟੇਟ ਨੂੰ ਇਹ ਰਾਈਟ ਨਹੀਂ ਹੈ ਕਿ ਉਹ ਇੰਡੀਆ ਤੋਂ ਬਾਹਰ ਯਾਨੀ ਕਿ ਉਹ ਚਲੀ ਜਾਵੇ। ਤਾਂ ਇਸ ਆਰਟੀਕਲ ਨੰਬਰ 1 ਦੇ ਵਿੱਚ ਗੱਲ ਕੀਤੀ ਗਈ ਸੀ। ਤਾਂ ਆਰਟੀਕਲ 1 ਦੇ ਵਿੱਚ ਟੈਰੀਟਰੀ ਆਫ ਸਟੇਟਸ, ਯੂਨੀਅਨ ਟੈਰੀਟਰੀ, ਇਹ ਜੋ ਆਪਾਂ ਸ਼ੈਡਿਊਲਸ ਦੇ ਬਾਰੇ ਵੀ ਗੱਲ ਕੀਤੀ ਸੀ ਕਿ ਜਿਹੜਾ ਪਹਿਲਾ ਸ਼ੈਡਿਊਲ ਹੈ, ਸ਼ੈਡਿਊਲ ਮੀਨਸ ਇੱਕ ਐਡੀਸ਼ਨਲ ਇਨਫੋਰਮੇਸ਼ਨ। ਤਾਂ ਪਹਿਲੇ ਸ਼ੈਡਿਊਲ ਦੇ ਵਿੱਚ ਕੀ ਸਾਰੀ ਟੈਰੀਟਰੀਜ਼ ਦੇ ਬਾਰੇ ਹੀ ਗੱਲ ਕੀਤੀ ਗਈ ਹੈ, ਤਾਂ ਉਹਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਗਈ ਹੈ। ਅਤੇ ਉਹਦੇ ਵਿੱਚ ਉਹ ਟੈਰੀਟਰੀਜ਼ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਜਿਹੜੀਆਂ ਕੀ ਹੈ ਇੰਡੀਆ ਇਕਵਾਇਰ ਕਰੇਗਾ। ਤਾਂ ਉਹ ਟੈਰੀਟਰੀ ਦੀ ਵੀ ਜੋ ਆਰਟੀਕਲ ਨੰਬਰ 1 ਦੇ ਵਿੱਚ ਗੱਲ ਕੀਤੀ ਜਾਵੇਗੀ। ਇਸ ਤੋਂ ਬਾਅਦ ਜੋ ਹੈ ਆਰਟੀਕਲ ਨੰਬਰ 2, ਤਾਂ ਆਰਟੀਕਲ ਨੰਬਰ 2 ਦੇ ਵਿੱਚ ਉਹ ਟੈਰੀਟਰੀਜ਼ ਆਉਣਗੀਆਂ ਜਿਹੜੀਆਂ ਕੀ ਕਰੇਗਾ ਇੰਡੀਆ ਇਕਵਾਇਰ ਕਰੇਗਾ। ਲਾਈਕ ਮੰਨ ਲੀजिए ਹੁਣ ਜਿਵੇਂ ਕੋਈ ਵੀ ਕੰਟਰੀ ਹੈ ਜੋ ਇੰਡੀਆ ਅਗਰ ਉਹਦੇ ਉੱਤੇ ਜਾ ਕੇ ਕਬਜ਼ਾ ਕਰ ਲੈਂਦਾ, ਉਹਦੀ ਟੈਰੀਟਰੀਜ਼ ਨੂੰ ਕੀ ਹੈ ਅੰਡਰ ਲੈ ਕੇ ਆਉਂਦਾ, ਤਾਂ ਉਹ ਟੈਰੀਟਰੀਜ਼ ਜੋ ਸਾਰੀਆਂ ਹੋਣਗੀਆਂ ਉਹਦੇ ਵਿੱਚ ਆਰਟੀਕਲ ਨੰਬਰ 2 ਦੇ ਵਿੱਚ ਜੋ ਕੀ ਹੋਊਗੀ ਉਹਦੇ ਬਾਰੇ ਸਾਰੀ ਜੋ ਗੱਲਬਾਤ ਕੀਤੀ ਜਾਊਗੀ ਕਿ ਜੋ ਟੈਰੀਟਰੀਜ਼ ਨੇ ਇੰਡੀਆ ਨੇ ਇਕਵਾਇਰ ਕੀਤੀਆਂ ਨੇ ਆਊਟਸਾਈਡ ਆਫ ਦਾ ਇੰਡੀਆ, ਤਾਂ ਉਹਨਾਂ ਬਾਰੇ ਕੀ ਆਰਟੀਕਲ 2 ਉਹਦੇ ਵਿੱਚ ਆਰਟੀਕਲ 2 ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਜਾਊਗੀ। ਇਸ ਦੇ ਬਾਅਦ ਆ ਜਾਂਦੇ ਆਰਟੀਕਲ ਨੰਬਰ 3। ਤਾਂ ਆਰਟੀਕਲ 3 ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ, ਆਰਟੀਕਲ ਨੰਬਰ 3 ਦੇ ਵਿੱਚ ਗੱਲ ਕੀਤੀ ਗਈ ਹੈ ਲਾਈਕ ਜਿਸ ਤਰੀਕੇ ਦੇ ਨਾਲ ਆਪਣੀ ਇੰਡੀਆ ਦੀ ਇੱਕ ਬਾਊਂਡਰੀ ਹੈ, ਉਸ ਬਾਊਂਡਰੀ ਦੇ ਵਿੱਚ ਕੀ ਹੈ ਅਲਟਰਾ ਸਟੇਟਸ ਫਾਰਮ ਹੋ ਜਾਣ। ਲਾਈਕ ਜਿਵੇਂ ਜਿਸ ਤਰੀਕੇ ਦੇ ਨਾਲ ਆਪਣੀ ਕਹਿ ਲੀजिए ਜਿਵੇਂ ਆਪਣਾ ਇੱਕ ਐਗਜ਼ਾਮਪਲ ਹੈ ਆਂਧਰਾ ਪ੍ਰਦੇਸ਼ ਤੋਂ ਕੀ ਹੋਇਆ ਤੇਲੰਗਾਨਾ ਅਲੱਗ ਹੋਇਆ ਹੈ ਨਾ। ਤਾਂ ਉਹ ਕੀ ਇੱਕ ਇਸ ਤਰੀਕੇ ਦੇ ਨਾਲ ਕਿ ਉਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਅੰਦਰਲੀ ਸਾਈਡ ਇੱਕ ਪਰਟੀਕੂਲਰ ਇੱਕ ਬਾਊਂਡਰੀ ਦੇ ਵਿੱਚ ਇੰਡੀਅਨ ਸਟੇਟ ਦੇ ਵਿੱਚ ਕੀ ਹੈ ਚਾਹੇ ਅਲਟੀਮੇਟ ਜਾਂ ਜਿੰਨੇ ਨੰਬਰ ਆਫ ਸਟੇਟਸ ਕੀ ਹੋ ਜਾਣ ਫਾਰਮ ਹੋ ਜਾਣ, ਬਟ ਕੀ ਹੈ ਇਸ ਤੋਂ ਬਾਹਰ ਜਾ ਕੇ ਕੀ ਹੋਏਗੀ ਸਟੇਟਸ ਬਾਹਰ ਨਹੀਂ ਜਾਣੀਆਂ, ਅੰਦਰ ਚਾਹੇ ਜਿੰਨੇ ਮਰਜ਼ੀ ਸਟੇਟਸ ਫਾਰਮ ਹੋ ਜਾਣ। ਜਿਸ ਤਰੀਕੇ ਦੇ ਨਾਲ ਪਹਿਲਾਂ ਜੋ ਕੀ ਸੀ ਆਂਧਰਾ ਪ੍ਰਦੇਸ਼ ਤੋਂ ਹੀ ਕੀ ਸੀ ਤੇਲੰਗਾਨਾ 2019 ਜੋ ਸੀ ਅਲੱਗ ਹੋਇਆ ਸੀ, ਤਾਂ ਉਹ ਕੀ ਸੀ, ਤਾਂ ਉਹ ਆਰਟੀਕਲ ਨੰਬਰ 3 ਦੇ ਵਿੱਚ ਉਸ ਤਰੀਕੇ ਦੀ ਸਟੇਟਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਇਸ ਦੇ ਬਾਅਦ ਆ ਜਾਂਦਾ ਸੀ ਆਰਟੀਕਲ ਨੰਬਰ 4। ਤਾਂ ਆਰਟੀਕਲ ਨੰਬਰ 4 ਕਿਸ ਬਾਰੇ ਗੱਲ ਕਰਦਾ ਹੈ, ਤਾਂ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਆਰਟੀਕਲ ਦੇ ਵਿੱਚ ਆਰਟੀਕਲ ਨੰਬਰ 2 ਅਤੇ ਆਰਟੀਕਲ ਨੰਬਰ 3 ਇਹਨਾਂ ਤਿੰਨਾਂ ਨੂੰ ਮਿਲ ਕੇ ਇਹਦੇ ਵਿੱਚ ਗੱਲ ਕੀਤੀ ਗਈ ਹੈ। ਉਹਦੇ ਵਿੱਚ ਅਮੈਂਡਮੈਂਟਸ ਨੂੰ ਕੌਨਸਟੀਟਿਊਸ਼ਨਲ ਅਮੈਂਡਮੈਂਟਸ ਨੂੰ ਲੈ ਕੇ ਗੱਲ ਕੀਤੀ ਗਈ ਹੈ। ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀ, ਉਹ ਸੀ ਬੇਰੁਬਾਰੀ ਕੇਸ 1960 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀ। ਤਾਂ ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਜੇਕਰ ਇੰਡੀਆ ਕੀ ਕੋਈ ਜੋ ਹੈ ਟੈਰੀਟਰੀ ਨੂੰ ਇਕਵਾਇਰ ਕਰਦਾ ਹੈ ਕਿ ਉਹਦੇ ਉੱਤੇ ਅਮੈਂਡਮੈਂਟ ਜੋ ਕੀਤੀ ਜਾਏਗੀ ਪਾਸ ਹੋਏਗੀ,
ਤਾਂ ਉਹਦੇ ਵਿੱਚ ਗੱਲ ਕੀਤੀ ਸੀ ਸੁਪਰੀਮ ਕੋਰਟ ਦੁਆਰਾ ਕਿ ਨਹੀਂ, ਕਿ ਅਗਰ ਇੰਡੀਆ ਕੋਈ ਵੀ ਜੋ ਹੈ ਟੈਰੀਟਰੀ ਨੂੰ ਐਕਵਾਇਰ ਕਰਦਾ ਤਾਂ ਉਹਦੇ ਉੱਤੇ ਕੋਈ ਵੀ ਅਮੈਂਡਮੈਂਟ ਜਾਂ ਉਹਨੂੰ ਕੌਂਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਵੇਗਾ। ਬਟ ਜੇ ਕਿ ਕੋਈ ਸਟੇਟ ਜੋ ਕਿ ਹੈ ਅਲੱਗ ਹੋਣ ਦੀ ਗੱਲ ਕਰ ਰਹੀ ਹੈ ਤਾਂ ਉਹਦੇ ਲਈ ਕੀ ਹੈ, ਇੱਕ ਕੌਂਸਟੀਟਿਊਸ਼ਨਲ ਅਮੈਂਡਮੈਂਟ ਜੋ ਕਿ ਹੋਏਗਾ, ਉਹਦੇ ਲਈ ਕੀ ਹੋਏਗਾ, ਇੱਕ ਪ੍ਰੋਸੀਜਰ ਹੋਏਗਾ, ਇੱਕ ਲਾ ਫਾਰਮ ਹੋਏਗਾ, ਅਤੇ ਉਹਦੇ ਲਈ ਕੀ ਹੈ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਰੀ ਜਾਵੇਗੀ। ਤਾਂ ਇਹਦੇ ਵਿੱਚ ਆਰਟੀਕਲ ਨੰਬਰ 4 ਬਾਰੇ ਇਸ ਚੀਜ਼ ਬਾਰੇ ਗੱਲ ਕੀਤੀ ਗਈ ਹੈ। ਤਾਂ ਇਹ ਜੋ ਹੋ ਚੁੱਕੀਆਂ ਨੇ। ਇਸ ਦੇ ਬਾਅਦ ਆਪਾਂ ਨੇ ਗੱਲ ਕਰਨੀਆਂ ਨੇ ਕੁਛ ਕਮਿਸ਼ਨਸ ਕੀ ਹੈ, ਜਿਸ ਤਰੀਕੇ ਦੇ ਨਾਲ ਆਪਣੀਆਂ ਜੋ ਇਹ ਉਹ ਕਮਿਸ਼ਨਸ ਨੇ ਜਿਨ੍ਹਾਂ ਦੇ ਮਤਲਬ ਕਿ ਜਦੋਂ ਕਿ ਇੰਡੀਆ ਇਸ ਨੂੰ ਕਿਸੇ ਇਸ ਤਰ੍ਹਾਂ ਸਟੇਟਸ ਦੀ ਕੀ ਹੋਣੀ ਸੀ, ਦੀ ਡਿਵਾਈਡੇਸ਼ਨ ਹੋਣੀ ਸੀ, ਸਟੇਟਸ ਫਾਰਮ ਹੋਣੀਆਂ ਸੀ, ਤਾਂ ਉਸ ਵੇਲੇ ਉਸ ਪੀਰੀਅਡ ਦੀ ਆਪਾਂ ਗੱਲ ਕਰਾਂਗੇ। ਜਿਸ ਤਰੀਕੇ ਦੇ ਨਾਲ ਇੰਡੀਆ ਜਦੋਂ ਕੀ ਹੋਇਆ ਸੀ, ਇਸ ਨੂੰ ਆਪਣੇ ਇੰਡੀਆ ਦੇ ਇੰਡੀਪੈਂਡੈਂਸ ਤੋਂ ਬਾਅਦ ਅਗਰ ਇਹਦੇ ਉੱਤੇ ਟੋਟਲ ਕੀ ਸੀ 552 ਕੀ ਸੀ ਪ੍ਰੈਜ਼ੀਡੈਂਸੀਜ਼ ਸਨ, ਜਿਨ੍ਹਾਂ ਨੂੰ ਕੀ ਸੀ ਇਹ ਕਿਹਾ ਗਿਆ ਸੀ ਕਿ ਤੁਸੀਂ ਅਗਰ ਚਾਹੋ ਇਹ ਜੋ ਸੀ ਪ੍ਰਿੰਸੀ ਪਲੇਸਿਸ ਸੀ, ਜੋ ਇਹਨਾਂ ਨੂੰ ਇਹ ਚੀਜ਼ ਕਹੀ ਗਈ ਸੀ ਕਿ ਜੇ ਤੁਸੀਂ ਚਾਹੋ ਤਾਂ ਤੁਸੀਂ ਕੀ ਇੰਡੀਆ ਦੇ ਅੰਡਰ ਆ ਸਕਦੇ ਹੋ, ਅਗਰ ਤੁਸੀਂ ਚਾਹੋ ਤਾਂ ਤੁਸੀਂ ਕੀ ਪਾਕਿਸਤਾਨ ਜੋ ਸੀ ਪਾਕਿਸਤਾਨ ਕੰਟਰੀ ਦੇ ਵਿੱਚ ਵੀ ਇਨਕਲੂਡ ਹੋ ਸਕਦੇ, ਜਾਂ ਫਿਰ ਕਿ ਤੁਸੀਂ ਆਪਣੇ ਜੋ ਹੈ ਜਿਵੇਂ ਵੀ ਰਹਿਣਾ ਹੈ ਉਵੇਂ ਰਹਿ ਸਕਦੇ ਹੋ। ਤਾਂ ਇਹਦੇ ਬਾਰੇ ਗੱਲ ਹੋਈ ਸੀ, ਬਟ ਬਾਅਦ ਵਿੱਚ ਕਿਸੇ ਵੱਲਭ ਭਾਈ ਪਟੇਲ ਨੇ ਜੋ ਕਿਸੇ ਇਹਨਾਂ ਨਾਲ ਗੱਲਬਾਤ ਹੋਈ ਅਤੇ ਕਿਸੇ ਇਹਨਾਂ ਨੂੰ ਇੰਡੀਆ ਦੇ ਵਿੱਚ ਇਨਕਲੂਡ ਕਰ ਲਿਆ ਗਿਆ ਸੀ। ਅਤੇ ਇਸ ਦੇ ਬਾਅਦ ਕੀ ਜੋ ਸੀ ਇੰਡੀਆ ਦੀ ਜਦੋਂ ਸਟੇਟਸ ਨੂੰ ਕੀ ਕਰਨਾ ਸੀ, ਫਾਰਮ ਕਰਨਾ ਸੀ, ਤਾਂ ਉਹਦੇ ਬੇਸ ਦੇ ਉੱਤੇ ਇਹ ਗੱਲ ਆਈ ਸੀ ਕਿ ਜੋ ਇੰਡੀਆ ਦੀ ਜੋ ਸਟੇਟਸ ਨੇ ਇਹਨਾਂ ਨੂੰ ਕਿਸ ਲੈਵਲ 'ਤੇ ਕੀ ਹੋਣਾ ਚਾਹੀਦਾ, ਇਹਨਾਂ ਨੂੰ ਸੈਪਰੇਟ ਜਬ ਫਾਰਮ ਹੋਣੀਆਂ ਚਾਹੀਦੀਆਂ ਨੇ। ਤਾਂ ਇਹਦੇ ਵਿੱਚੋਂ ਗੱਲ ਆਈ ਸੀ ਕਿ ਜੋ ਇੰਡੀਆ ਦੇ ਸਟੇਟਸ ਨੇ ਉਹਨਾਂ ਨੂੰ ਲਿੰਗੁਇਸਟਿਕ ਬੇਸ ਦੇ ਉੱਤੇ ਕੀ ਕਰਨਾ ਚਾਹੀਦਾ, ਮੀਨਸ ਫਾਰਮ ਕਰਨਾ ਚਾਹੀਦਾ। ਤਾਂ ਜਿਹੜੀ ਉਹ ਸਟੇਟਸ ਸੀ ਉਹਨਾਂ ਨੂੰ ਟੋਟਲ 4 ਪੋਰਸਨਸ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ, ABCD ਗਰੁੱਪ ਦੇ ਵਿੱਚ। ਤਾਂ ਉਹਦੇ ਵਿੱਚ ਜੋ ਸੀ ਤਾਂ ਉਹਨਾਂ ਦੁਆਰਾ ਕਿਸੇ ਲੋਕਾਂ ਦੁਆਰਾ ਜਾਂ ਕਹਿ ਲਓ ਕਈ ਲੋਕਾਂ ਦੁਆਰਾ ਕਿਸੇ ਵੀ ਜੋ ਸਟੇਟਸ ਫਾਰਮ ਹੋਣਗੀਆਂ ਉਹ ਲਿੰਗੁਇਸਟਿਕ ਬੇਸ ਦੇ ਉੱਤੇ ਹੋਣਗੀਆਂ। ਤਾਂ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ, ਬਟ ਬਹੁਤ ਸਾਰੇ ਜੋ ਸੀ ਲੋਕ ਸੀ ਇਸ ਦੇ ਅਗੇਂਸਟ ਸੀ ਕਿ ਨਹੀਂ, ਜੋ ਸਟੇਟਸ ਨੇ ਉਹ ਲੈਂਗੁਏਜ ਦੇ ਬੇਸ ਦੇ ਉੱਤੇ ਫਾਰਮ ਨਹੀਂ ਹੋਣੀਆਂ ਚਾਹੀਦੀਆਂ। ਤਾਂ ਉਸ ਲਈ ਸਭ ਤੋਂ ਪਹਿਲਾਂ ਜਦੋਂ ਕਿਸੇ ਲੋਕਾਂ ਦਾ ਪ੍ਰੋਟੈਸਟ ਕਾਫੀ ਵੱਧ ਗਿਆ ਸੀ ਕਿ ਜੋ ਹੈ ਕਿ ਜੋ ਸਟੇਟਸ ਹੈ ਇਹਨਾਂ ਦੀ ਫਾਰਮੇਸ਼ਨ ਕਿਹਦੇ ਉੱਤੇ, ਇਹਨਾਂ ਦੀ ਰੀਆਰਗਨਾਈਜੇਸ਼ਨ ਕਿਹਦੇ ਬੇਸ 'ਤੇ ਹੋਣੀ ਚਾਹੀਦੀ ਹੈ, ਲੈਂਗੁਏਜ ਦੇ ਬੇਸ 'ਤੇ ਹੋਣੀ ਚਾਹੀਦੀ ਹੈ। ਤਾਂ ਸਾਰਿਆਂ ਨਾਲ ਪਹਿਲਾਂ ਇਸ ਦੇ ਅਗੇਂਸਟ ਆਈ ਸੀ ਧਾਰ ਕਮਿਸ਼ਨ। ਤਾਂ ਧਾਰ ਕਮਿਸ਼ਨ ਜਿਹੜੀ ਫਾਰਮ ਹੋਈ ਸੀ ਜੂਨ 1948 ਦੇ ਵਿੱਚ, ਅਤੇ ਇਸ ਦੇ ਜੋ ਚੇਅਰਪਰਸਨ ਸਨ ਉਹ SK ਧਾਰ ਸਨ, ਅਤੇ ਉਹਨਾਂ ਨੇ ਕੀ ਸੀ ਪਾਰਲੀਮੈਂਟ ਦੇ ਵਿੱਚ ਦਸੰਬਰ 1948 ਦੇ ਵਿੱਚ ਜੋ ਕਿ ਸੀ ਉਹ ਆਪਣੀ ਸਟੇਟਮੈਂਟ ਲੈ ਕੇ ਆਏ ਸੀ। ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਗਿਆ ਸੀ ਕਿ ਜੋ ਸਟੇਟਸ ਦੀ ਜੀ ਰੀਆਰਗਨਾਈਜੇਸ਼ਨ ਹੋਏਗੀ ਉਹ ਕੀ ਹੈ ਲੈਂਗੁਏਜ ਦੇ ਬੇਸ 'ਤੇ ਨਹੀਂ ਹੋਣੀ ਚਾਹੀਦੀ। ਤਾਂ ਉਹਨਾਂ ਨੇ ਧਾਰ ਕਮਿਸ਼ਨ ਦੇ ਵਿੱਚ ਇਹ ਸੀ ਕਿ ਜੋ ਕਿ ਸਟੇਟਸ ਦੀ ਫਾਰਮੇਸ਼ਨ ਲੈਂਗੁਏਜ ਦੇ ਬੇਸ 'ਤੇ ਨਹੀਂ ਹੋਏਗੀ, ਲਿੰਗੁਇਸਟਿਕ ਬੇਸਡ ਨਹੀਂ ਹੋਏਗੀ। ਇਸ ਦੇ ਬਾਅਦ ਕਾਫੀ ਪ੍ਰੋਟੈਸਟਸ ਹੋਏ, ਲੋਕ ਜੋ ਸੀ ਇਸ ਚੀਜ਼ ਦਾ ਜਦੋਂ ਇਹ ਚੀਜ਼ ਹੋਈ ਪਬਲਿਸ਼ ਹੋਈ ਤਾਂ ਕਾਫੀ ਜ਼ਿਆਦਾ ਪ੍ਰੋਟੈਸਟਸ ਹੋਣੇ ਸ਼ੁਰੂ ਹੋ ਗਏ ਸੀ। ਤਾਂ ਇਸ ਦੇ ਬਾਅਦ ਫਿਰ ਕੀ ਸੀ, ਇੱਕ ਕਮਿਸ਼ਨ ਫਿਰ ਅੱਗੇ ਸਾਹਮਣੇ ਆਈ, JPV ਕਮਿਸ਼ਨ। JPV ਇਹਦੇ ਵਿੱਚ 3 ਮੈਂਬਰ ਸੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਇਸ ਦੇ ਬਾਅਦ ਸਨ ਪੱਟਾਭੀਮ ਸੀਤਾਰਮਈਆ। ਅਤੇ ਇਹਨਾਂ 3 ਪਰਸਨਸ ਦੇ ਦੁਆਰਾ ਕੀ ਇੱਕ ਕਮਿਸ਼ਨ ਬਣੀ, ਇੱਕ ਕਮਿਸ਼ਨ ਸਾਹਮਣੇ, ਇਹਦੇ ਵਿੱਚ ਮਤਲਬ ਇਹ ਤਿੰਨੋਂ ਮੈਂਬਰ ਸਨ। ਤਾਂ ਇਹਨਾਂ ਨੇ ਵੀ ਜਦੋਂ ਸਾਰਾ ਜੋ ਹੈ ਇਵੈਲੂਏਟ ਹੋਇਆ ਤਾਂ ਉਦੋਂ ਇਸ ਦੇ ਬਾਅਦ ਇਹਨਾਂ ਨੇ ਵੀ ਇਹ ਚੀਜ਼ ਸਾਹਮਣੇ ਆਈ ਕਿ ਜੋ ਇੰਡੀਆ ਹੈ ਉਹਦੀ ਜੋ ਸਟੇਟਸ ਦੀ ਰੀਆਰਗਨਾਈਜੇਸ਼ਨ ਹੈ ਉਹ ਲਿੰਗੁਇਸਟਿਕ ਬੇਸਡ ਨਹੀਂ ਹੋਏਗੀ। ਅਤੇ ਇਸ ਚੀਜ਼ ਦੇ ਬਾਅਦ ਜਦੋਂ ਇਹ ਕਮਿਸ਼ਨ ਦੇ ਵੀ ਇਹੀ ਜੋ ਸੀ ਇਹਨਾਂ ਦੀ ਵੀ ਇਹੀ ਸਟੇਟਮੈਂਟਸ ਆਈ ਤਾਂ ਕਾਫੀ ਜੋ ਸੀ ਲੋਕ ਭੜਕੇ ਦੁਬਾਰਾ, ਤਾਂ ਕਾਫੀ ਜੋ ਹੈ ਪ੍ਰੋਟੈਸਟਸ ਹੋਏ, ਜਿਹੜੇ ਪ੍ਰੋਟੈਸਟ ਸੀ ਵਰਲਡ ਸਪਰੈਡ ਹੋਏ, ਕਾਫੀ ਵੱਡੇ ਲੈਵਲ 'ਤੇ ਸਪਰੈਡ ਹੋਏ। ਤਾਂ ਉਸ ਵਕਤ ਕਿਸੇ ਇੱਕ ਜੋ ਉਹਨਾਂ ਦੇ ਜੋ ਸੀਗੇ ਜਦੋਂ ਇਹ ਪ੍ਰੋਟੈਸਟਸ ਫਾਰਮ ਹੋ ਰਹੇ ਸੀ ਤਾਂ ਉਹਨਾਂ ਵਿੱਚੋਂ ਇੱਕ ਪਰਸਨ ਸਨ, ਇੱਕ ਫਾਈਟਰ ਸੀ ਪੋਟੀ ਸ਼੍ਰੀਮੱਲਾ। ਤਾਂ ਉਹਨੇ ਕੀ ਕੀਤਾ ਸੀ, ਇੱਕ ਹੰਗਰ ਪ੍ਰੋਟੈਸਟ ਕੀਤਾ ਸੀ। ਹੰਗਰ ਪ੍ਰੋਟੈਸਟ ਦੇ ਵਿੱਚ ਕੀ ਹੋਇਆ ਸੀ, ਉਸਦੀ ਕੀ ਹੋ ਗਈ ਸੀ, ਡੈਥ ਹੋ ਗਈ ਸੀ। ਤਾਂ ਉਸਦੀ ਡੈਥ ਤੋਂ ਬਾਅਦ ਕੀ ਸੀ, ਇਹ ਜੋ
ਇਹ ਜੋ ਪ੍ਰੋਟੈਸਟ ਸੀ ਉਹ ਹੋਰ ਜ਼ਿਆਦਾ ਕਾਫੀ ਕੀ ਹੋ ਗਿਆ ਸੀ, ਸਪਰੈਡ ਹੋ ਗਿਆ ਸੀ, ਲੋਕ ਕਾਫੀ ਜ਼ਿਆਦਾ ਭੜਕ ਗਏ ਸੀ। ਤਾਂ ਉਸ ਦੇ ਬਾਅਦ ਕੀ ਹੋਇਆ, ਇੱਕ ਫਿਰ ਅੱਗੇ ਇੱਕ ਹੋਰ ਕਮਿਸ਼ਨ ਸਾਹਮਣੇ ਆਈ, ਫਜ਼ਲ ਅਲੀ ਕਮਿਸ਼ਨ, ਜਿਹਦੇ ਵੀ 3 ਮੈਂਬਰ ਸੀ। ਇਹ ਫਾਰਮ ਹੋਈ 1953 ਦੇ ਵਿੱਚ। ਤੇ ਇਹਦੇ ਵਿੱਚ ਵੀ ਕੀ ਸੀ, ਜਿਹੜੇ ਪਹਿਲੇ ਮੈਂਬਰ ਸੀ ਫਜ਼ਲ ਅਲੀ, ਇਸ ਦੇ ਬਾਅਦ ਉਹਨਾਂ ਦੇ 2 ਮੈਂਬਰ ਜੋ KM ਪਨਿਖਰ ਤੇ HN ਖੰਜ਼ਰਾ, ਇਹ 3 ਮੈਂਬਰ ਸਨ। ਤੇ ਇਹਨਾਂ ਨੇ ਵੀ ਇਹ ਸਾਹਮਣੇ ਆਈ, ਇਹਨਾਂ ਨੇ ਜੋ ਆਪਣੀ ਰਿਪੋਰਟ 1955 ਦੇ ਵਿੱਚ ਜਦੋਂ ਸਬਮਿਟ ਕੀਤੀ, ਤਾਂ ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਵੀ ਠੀਕ ਹੈ ਕਿ ਜੋ ਇੰਡੀਆ ਦੀ ਸਟੇਟਸ ਨੇ ਉਹ ਕਿ ਲਿੰਗੁਇਸਟਿਕ ਬੇਸਡ ਹੋ ਸਕਦੀਆਂ ਨੇ। ਤਾਂ ਉਸੇ ਦੇ ਬਾਅਦ ਵੀ ਕੀ ਹੋਇਆ ਸੀ, ਜੋ ਆਪਣਾ ਪੋਰਸ਼ਨ ਸੀ इस कमीशन में उन्होंने गल की कि जो है जी स्टेट्स की जो पार्टीशन है, जो ये फॉर्मेशन है वो लैंगुएज के बेस से हो सकती है, बट कि जो यूनाइटरी सिस्टम है उन्होंने भी की है नाल देखना पवेगा। तो इस बेस के उत्ते ही की सी कुछ एक्ट्स पास होए। तो पहला एक्ट सी SRA स्टेट रीऑर्गनाइजेशन एक्ट 1956, ਜਿਹੜੇ कि 7th अमेंडमेंट के तहत 7th अमेंडमेंट कॉन्स्टिट्यूशनल अमेंडमेंट के तहत जो किया गया। ये की सी कुल जो सी स्टेट्स सी जिहड़ियां फॉर्म होईयां जो कि अलग अलग टुट के आईयां। तो ये की सी टोटल 14 स्टेट्स प्लस 6 यूनियन टैरेटरीज बनाई गई, 6 यूनियन टैरेटरीज फॉर्म हुई। तो ये सी जो सी पहला एक्ट सी स्टेट रीऑर्गनाइजेशन एक्ट। इस दे बाद किसी कुछ होर जड़ियाँ यूनियन टैरेटरीज बन चुकी सी। इस दे बाद जड़ियाँ 40 यूनियन स्टेट्स बनिया, यूनियन टैरेटरीज किमें फॉर्म हुई, आप थोड़ा थोड़ा उन्होंने बारे भी जान लें। जिस तरीके दे नाल कि महाराष्ट्र ते गुजरात जी जो फॉर्मेशन हुई, रीऑर्गनाइजेशन हुई सी 1960 दे विच, ये किवें हुई सी, इन्हों की किया गया सी बॉम्बे नाम दे जो सी पहला एक प्रेजिडेंट सी, ਉਹਦੇ ਵਿੱਚ बॉम्बे ਦੇ ਵਿੱਚ ਕੀ ਕੀਤਾ ਸੀ, महाराष्ट्र ਤੇ गुजरात ਨੂੰ लैंगुएज ਦੇ बेस ਦੇ ਉੱਤੇ ਕੀ ਕਰ ਦਿੱਤਾ ਸੀ ਕਿ अलग कर ਦਿੱਤਾ ਗਿਆ ਸੀ। ਜਿਹੜੇ ਮਰਾਠੀਆਂ ਦਾ ਵਾਲਾ ਜਿਹੜਾ ਪੋਰਸ਼ਨ ਸੀ ਉਹ ਮਹਾਰਾਸ਼ਟਰ ਐਂਡ ਗੁਜਰਾਤੀ ਬੋਲਣ ਵਾਲੇ ਸੀ ਜਿਹੜੇ ਉਹਨਾਂ ਦਾ ਗੁਜਰਾਤ ਆ। ਇਹਦੇ ਤੋਂ 3 ਜੋ ਸੀ बॉम्बे ਦੇ ਉੱਤੋਂ महाराष्ट्र ਤੇ ਜੋ ਗੁਜਰਾਤ ਸੀ ਉਹਨੂੰ ਕੀ ਕਰ ਦਿੱਤਾ ਗਿਆ ਸੀ, ਅੱਡ ਕਰ ਦਿੱਤਾ ਗਿਆ ਸੀ। ਤੇ ਇਹ ਚੀਜ਼ ਕਿਹਦੇ ਬੇਸ ਤੇ ਹੋਈ ਸੀ, 10th ਅਮੈਂਡਮੈਂਟ 1961 ਦੇ ਵਿੱਚ। नहीं, इसनों बॉम्बे तो की कर दिता गया सी 1960 ਦੇ ਵਿੱਚ ਹੀ ਇਹਨੂੰ ਅੱਡ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਜੋ ਆਪਣਾ ਇਹ ਸੀ दादरा एंड नगर हवेली। दादरा एंड नगर हवेली जो सी पहला की सी ये पुर्तगालियां दे अंडर सी। ते 1954 ਦੇ ਵਿੱਚ 1950 ਦੇ ਵਿੱਚ ਕੀ ਕੀਤਾ ਸੀ ਉਹਨਾਂ ਨੇ इंडिया ਨੂੰ ਕੀ ਸੀ ਇਹ जो सी दादरा एंड नगर हवेली ਤੇ ਸੀ ਇਸ ਨੂੰ ਕੀ ਕਰ ਦਿੱਤਾ ਸੀ ਉਹਨਾਂ ਨੇ ਇੰਡੀਆ ਨੂੰ ਦੇ ਦਿੱਤਾ ਸੀ। ਤੇ 10th ਅਮੈਂਡਮੈਂਟ ਕਨਸਟੀਟਿਊਸ਼ਨਲ ਅਮੈਂਡਮੈਂਟ 1961 ਦੇ ਤਹਿਤ ਕੀ ਸੀ दादरा एंड नगर हवेली ਨੂੰ ਕੀ ਕਰ ਦਿੱਤਾ ਗਿਆ ਸੀ, ਇੱਕ यूटी जो सी अपनी यूनियन टैरेटरी का जो कि किया सी इनू एक पद मिल गया सी। इस दे बाद सी जे गोवा दमन एंड दीव की गल करिए तो ये भी की सी इन्हों उपर भी पहला उन्होंने ही अधिकार सी। तो एक पुलिस एक्शन ऑपरेशन विजय के तहत की किया गया सी गोवा ते दमन दीव नूं 1962 दे विच 12th अमेंडमेंट कॉन्स्टिट्यूशनल अमेंडमेंट के तहत की कर दिता गया सी। इन्हों भी जो स्टेट्स बना जो सी इन्हों तो पहला इन्हों यूनियन टैरेटरीज बना दिता गया सी। तो इस बाद की सी जो गोवा सी पहला मीनस जो सी 12th अमेंडमेंट कॉन्स्टिट्यूशनल अमेंडमेंट के तहत की सी गोवा भी की बन गई सी अपनी एक यूनियन टैरेटरी बन गई सी। बट बाद विच की सी जो अमेंडमेंट पास होए तो 1987 ਦੇ ਵਿੱਚ गोवा ਨੂੰ की सी एक जो स्टेट का दर्जा मिल गया सी, स्टेट फुट का दर्जा मिल गया सी। इस दे बाद पुडुचेरी की सी ये जो फ्रेंच सन 1955
55 तक 54 तक। तो इन्होंने की किया सी, इन्होंने भी एक्वायर की सी 1962 तक की सी इन्हों दे फ्रांसिस दे कोल सी। 19th अमेंडमेंट 1962 दे विच भी इनू की सी वापस लैके एक यूनियन टैरेटरी का जो दर्जा मिल गया सी। इसके बाद नागालैंड, नागालैंड जो सी पहला की सी असम का पार्ट सी, हिली एरिया सी, इन्हों दो पार्ट्स के विच डिवाइड कर दिता गया, तो नागालैंड की सी असम तो अलग कर लिया गया सी। इसके बाद जो है हरियाणा, चंडीगढ़ ते हिमाचल प्रदेश, ये भी की सन, ये पहला पंजाब के अंडर सी। पंजाब दे विच तां 1966 के विच की सी हरियाणा नूं अते चंडीगढ़ नूं की कर दिता गया सी, इन्हां तो अड अड पंजाब तो अड अड कर दिता गया सी। क्योंकि ये की सी इस तो बाद जो हरियाणा सी, हरियाणा दे विच भी की सी एक सा कमीशन द्वारा की किया गया सी हिंदी बोलण वालियां नूं की किया सी, हरियाणा दे विच जिहड़े हिंदी बोल रहे सी उन्हां नूं की किया सी अड कर दिता गया सी। ते जो इहदा हिली पोर्शन सी, हरियाणा का जो हिली पोर्शन सी उहनूं की किया सी हिमाचल प्रदेश दे विच इनकलूड कर दिता गया सी। इस दे बाद 1971 दे विच की सी HP जो की सी जो सी हिमाचल प्रदेश एक स्टेट बन के सामने आ गया सी। इसके बाद है मणिपुर, त्रिपुरा और मेघालय, ये भी 1972 दे विच जो एक वॉर हुई सी तो उहदे नाल की सी इहदे विच भी काफ़ी चेंजेस आ गए सी। तो पहला की सी जो मणिपुर ते त्रिपुरा सी यूनियन टैरेटरी सी, अते जो मेघालय सी वो सब स्टेट सी। इसके बाद की सी ये तिन्नों नूं की किया सी स्टेट फुट होने का जो सी स्टेट फुट डिक्लेयर कर दिता गया सी इन्हों स्टेट्स। बाद विच की सी जो दो यूनियन टैरेटरी सी अते मिजोरम ते आंध्र प्रदेश इन्हों की कर दिता गया सी, इन्हों भी दो यूनियन टैरेटरीज बना दिता गया सी। ते बाद विच जो इसका एक एजेंसी फॉर्म हुई सी वो एजेंसी सी नॉर्थन ईस्ट फ्रंटायर एजेंसी, उन्होंने किसी जो सी दर्जा मिल गया सी अरुणाचल प्रदेश में। सिक्किम सी, सिक्किम उत्ते पर जो सी प्रिंसी रूल चल रहा सी 1947 तो उत्थे सी जो चौगाल नाम दे जो सी रूलर सी उत्थे रूल कर रहे सी। तो उन्होंने की किया सी इंडियन गवर्नमेंट ने की किया सी जो सिक्किम सी उन्होंने की सी एक प्रोटैक्टोरेट स्टेट डिक्लेयर किया सी कि उन्होंने प्रोटैक्शन उन्होंने प्रोवाइड होएगी। बट 1974 दे विच जो सिक्किम दे जो पॉपूलेशन सी वो चाहती सी कि इनू कि एक ग्रेट एसोसीएशन का जो कि ये दर्जा मिल जाए। तो 35 अमेंडमेंट के तहत जो कि सी इनू इन्हों दोबारा एक आर्टिकल जो आर्टिकल नंबर 2 सी जिहदे विच आपां गल कीती सी, तो आर्टिकल नंबर 2A भी ये इनकलूड होया। तो जो सी इस बाद की सी इसनू जो है सिक्किम नू जो सी इहदा अपना स्टेट फुट का जो सी दर्जा दे दिता गया सी। इसके बाद मिजोरम नू भी जो है स्टेट डिक्लेयर कर दिता गया सी। इस तो बाद अरुणाचल प्रदेश, गोवा इनू 1987 दे विच, छत्तीसगढ़, उत्तराखंड, झारखंड इन्हों 2000 दे विच की सी सैपरेट कर दिता गया सीगा। जो सैपरेट किया गया सी मध्य प्रदेश, यूपी और बिहार के कोलों। इसके बाद तेलंगाना जो सी आंध्र प्रदेश के उत्तों अलग किया गया सी 2014 दे विच। इस बाद जम्मू कश्मीर भी एक यूनियन टैरेटरी है, तो इस बाद लद्दाख भी अपनी एक यूनियन टैरेटरी है 2019 के तहत। तो ये सी जो कि सी इंडिपेंडेंस तो बाद जो किस तरीके दे नाल स्टेट्स एंड जो यूनियन टैरेटरीज फॉर्म हुई सी इन्होंने बारे आपने गल की। इस तो बाद आपने जो गल करनी है सिटीजनशिप के उत्ते, तो हुण आपां अपना जो एक यूनियन टैरेटरी का एक थोड़ा जो ओवरव्यू अपन जो जिन्नी दी रिक्वायरमेंट सी अपने जो गेन की। इसके बाद आप जो सी सिटीजनशिप के उत्ते की करांगे गौर करेंगे। तो आ जो कमीशनस ने ये इंपॉर्टेंट ने। इसके बाद आपां सिटीजनशिप के उत्ते चलते हैं, सिटीजनशिप बारे जानते हैं। हुण अपने टॉपिक करांगे अपना
सिटीजनशिप ऑफ इंडिया। तो जिहड़े अपने आर्टिकल 5 to 11 यानी कि पार्ट 2 अपने पार्ट 1 ਦੇ ਵਿੱਚ ਹੁਣੀ ਆਪਾਂ ਨੇ ਦੇਖਿਆ ਹੈ कि जो है यूनियन एंड इट्स टैरेटरी की गल की गई है, जिहदे विच आर्टिकल 1 to 4 जो सी जिन्हों का काम। इस बाद आर्टिकल 5 to 11 यानी कि पार्ट 2 ये किहदे बारे जो गल कर रहा है, ये सिटीजनशिप बारे गल कर रहा है। ठीक है जी, तो ये बारे आप जानांगे। तो आर्टिकल 5 to 11 एंड पार्ट 2 जो कि डील करता है सिटीजनशिप दे नाल कॉन्स्टिट्यूशनल जो है कॉन्स्टिट्यूशन दे विच जिहड़े आर्टिकल्स ने 5 तो लैके 11 तक वो डील करते हैं सिटीजनशिप के नाल। तो ये की ने जो आर्टिकल्स ने 5 to 8 वो किहदे नाल कर रहे हैं, उन्होंने दे अकॉर्डिंग की है जो परसन है वो कि एक सिटीजन ऑफ द इंडिया है आफ्टर द कमेंसमेंट ऑफ द कॉन्स्टिट्यूशन। जे कॉन्स्टिट्यूशन द्वारा उन्होंने मतलब जो है कमेंसमेंट प्रोवाइड है ताकि वो कि एक सिटीजन है इंडिया का। इसके बाद अगर जो है सिटीजन ऑफ इंडिया वो जो सिटीजनशिप कौन कौन इंजॉय कर सकता है, इंजॉय फुल मैंबरशिप ऑफ द कंट्री। जो सिटीजन है इंडिया का वो की कर सकता है, इंजॉय कर सकता है पूरी दी पूरी मैंबरशिप ऑफ द कंट्री विच ही लीव्स। इंडियन कॉन्स्टिट्यूशन प्रोवाइड अ सिंगल एंड यूनीफॉर्म सिटीजनशिप ऑफ एंटायर कंट्री। तो ये बारे आप कल भी गल की सी कि जो इंडियन अपने इंडियन कॉन्स्टिट्यूशन के अकॉर्डिंग जो अपना इंडिया है ये प्रोवाइड कर रहा है यूनीफॉर्म सिटीजनशिप या कह लो सिंगल सिटीजनशिप, सिंगल सिटीजनशिप। सिंगल सिटीजनशिप एदा की अर्थ है, ये बारे आप कल भी पढ़े जानिया सी कि इंडिया दे विच की है इन्होंने कि एक यूनीफॉर्म सिटीजनशिप रखी है, यानी कि डजेंट मैटर कि जो परसन है इंडियन है वो केड़ी किस जो कित्थों बिलोंग करता है, अगर वो कि इंडियन बाउंड्री के अंडर है तो वो कि एक उन्होंने कि एक सिंगल सिटीजनशिप प्रोवाइड होएगी। डजेंट मैटर कि वो कि है साउथ साइड तो है, ईस्ट साइड तो है, वैस्ट साइड तो है, किसी भी स्टेट में बिलोंग करता है, अगर वो इंडिया के एक बाउंड्री के विच है तो कि उन्होंने एक सिंगल सिटीजनशिप प्रोवाइड है। अपने यूएसए की गल की सी, यूएसए दे विच डबल सिटीजनशिप है, एक तो एक जो कंट्री द्वारा उन्होंने सिटीजनशिप प्रोवाइड होंगी है, दूसरी जो वो स्टेट द्वारा उन्होंने सिटीजनशिप प्रोवाइड होंगी है। बट इंडिया के विच की है अपने सिंगल सिटीजनशिप का जो रूल है तो कॉन्स्टिट्यूशन द्वारा हर एक इंडियन एक सिंगल सिटीजनशिप का जो है राइट प्रोवाइड है। इसके बाद है आप गल करांगे कि एक्विजिशन ऑफ द सिटीजनशिप किस तरीके दे नाल आप एक्वायर कर सकते हैं, की होना चाहिए इंडियन सिटीजनशिप के लिए प्रोवाइड जो हासिल करने के लिए। तो ये बारे गल की गई सी द सिटीजनशिप एक्ट 1955 ਦੇ ਵਿੱਚ ਜਿਹੜਾ ਕੀਤੀ ਗਈ ਸੀ। ਇਹਦੇ ਵਿੱਚ ਇਸ ਦੇ ਵਿੱਚ 5 ਵੇਜ਼ ਦੀ ਬਾਰੇ ਗੱਲ ਕੀਤੀ ਗਈ ਸੀ। ਦਾ ਸਿਟੀਜ਼ਨशिप एक्ट 1955 ਇਹਦੇ ਵਿੱਚ ਗੱਲ ਕੀਤੀ ਗਈ ਸੀ ਕਿ 5 ਵੇ ਜੋ ਹੈ ਵੇਜ਼ ਹਨ कि किस तरीके दे नाल कि आप एक्वायर कर सकते हैं सिटीजनशिप ਨੂੰ। ਤਾਂ ਪਹਿਲਾਂ अगर गल करिए बाय बर्थ, तो पहला जो वे सी बाय बर्थ, इस गल की सी एवरी परसन बॉर्न इन इंडिया ऑन आफ्टर 26 जनवरी 1950 बट बिफोर 1 जुलाई 1987 शैल बी सिटीजन ऑफ इंडिया बाय बर्थ irrespective of the nationality of his parents. The children of foreigner diplomat posted in India enemy alliance cannot acquire Indian citizenship. तो ये गल की गई सी कि बाय बर्थ अगर जन्म तो ही की है वो इंडिया दे विच है तो स्टिल उस 26 जनवरी 1950 तक 1950 तो बाद अगर वह बर्थ के इंडिया दे विच है तो उस तो बाद वो नहीं जो है वो नहीं वो कर रहे हैं तो उन्होंने की है नैशनैलिटी वो जो पेरेंट्स ने वो नैशनैलिटी फॉलो कर रहे हैं मीनस इंडियंस ने तो वो की है बाय बर्थ उन्होंने की एक राइट है कि वो की इंडियन सिटीजनशिप उन्होंने प्रोवाइड होएगी। इसके बाद बाय डेसेंट
ਇਹਦੇ ਵਿੱਚ ਗੱਲ ਕੀਤੀ ਗਈ ਹੈ ਅ ਪਰਸਨ ਬੋਰਨ ਆਊਟਸਾਈਡ ਇੰਡੀਆ or after 26 January 1950 but before 10th December 1992 are citizen of India by descent of if their father was a citizen of India at time of their birth। ਤਾਂ ਉਹ ਪਰਸਨ ਨੂੰ ਵੀ ਕੀ ਹੈ ਇੰਡੀਅਨ ਸਿਟੀਜ਼ਨਸ਼ਿਪ ਪ੍ਰੋਵਾਈਡ ਹੋ ਜਾਏਗੀ ਅਗਰ ਉਹਦੇ ਪੇਰੈਂਟਸ ਇੰਡੀਅਨ ਨੇ ਬਟ ਉਸ ਦਾ ਜੋ ਜਨਮ ਹੈ ਉਹ ਕੀ ਹੋਇਆ ਬਾਹਰ ਹੋਇਆ ਬਟ 1992 ਤੱਕ ਵੀ ਕੀ ਹੈ ਜੋ ਉਹਦੇ ਜੋ ਹੈ ਉਹ ਸਟਿਲ ਇੱਥੇ ਹੈ ਤਾਂ ਉਸ ਤੋਂ ਬਾਅਦ ਕੀ ਉਹਨੂੰ ਕਿ ਇੱਕ ਇੰਡੀਅਨ ਸਿਟੀਜ਼ਨਸ਼ਿਪ ਕੀ ਹੋਏਗੀ ਪ੍ਰੋਵਾਈਡ ਹੋਏਗੀ। ਇਸ ਤੋਂ ਬਾਅਦ ਹੈ ਬਾਏ ਰਜਿਸਟ੍ਰੇਸ਼ਨ ਤਾਂ ਇਹਦੇ ਬਾਰੇ ਵੀ ਕੁਝ ਰੂਲਸ ਹਨ ਜਿਸ ਤਰੀਕੇ ਦੇ ਨਾਲ ਅ ਪਰਸਨ ਆਫ ਇੰਡੀਅਨ ਔਰਿਜਨ ਰੈਜ਼ੀਡਿੰਗ ਇਨ ਇੰਡੀਆ ਫॉर 7 ਈਅਰਸ यानी कि अगर कोई परसन है 7 साल तो की है इंडिया ਦੇ ਵਿੱਚ ਰਹਿ ਰਿਹਾ ਤਾਂ ਉਹਨੂੰ ਇੰਡੀਅਨ ਸਿਟੀਜ਼ਨ ਪ੍ਰੋਵਾਈਡ ਹੋਏਗੀ। ਅ ਪਰਸਨ ਆਫ ਇੰਡੀਅਨ ਔਰਿਜਨ who is ordinary resident in any country or the place outside जो है अनडिवाइडेड इंडिया। उसके बाद की है पर्सन वो भी की है जो रेजिडेंट है इंडिया का बट कुछ टाइम जो की है वो बाहर मतलब कि रह के आया है उसके बाद इंडिया के 7 साल तो बाद की वो रह रहा है 7 साल हो चुके हैं तो भी उन्होंने की ने इंडियन सिटीजनशिप जो है प्रोवाइड हो सकती है। ਜਾਂ ਉਹ ਪਰਸਨ ਇੱਕ ਇਹ ਵੀ ਕਹੇ ਕਿ ਅ ਪਰਸਨ ਹੂ ਇਜ਼ ਮੈਰਿਡ ਟੂ ਸਿਟੀਜ਼ਨ ਆਫ ਦ ਇੰਡੀਆ ਐਂਡ ਰੈਜ਼ੀਡੈਂਟ ਆਫ ਇੰਡੀਆ ਫॉर 7 ਈਅਰ ਇੱਕ ਪਰਸਨ ਹੈ ਜਿਹਨੇ ਕਿ ਇੱਕ ਇੰਡੀਅਨ ਜੋ ਉਹਦੀ ਮੈਰਿਜ ਹੋਈ ਹੈ ਇੰਡੀਅਨ ਸਿਟੀਜ਼ਨ ਦੇ ਨਾਲ ਅਤੇ ਉਸ ਤੋਂ 7 ਸਾਲ ਤੋਂ ਕਿ ਇੱਥੇ ਰਹਿ ਰਿਹਾ ਤਾਂ ਉਹਨੂੰ ਵੀ ਕਿ ਇੱਕ ਇੰਡੀਅਨ ਸਿਟੀਜ਼ਨ ਪ੍ਰੋਵਾਈਡ ਹੋਏਗੀ। ਤਾਂ ਇਹ ਕੁਝ ਰੂਲਸ ਨੇ ਬਾਏ ਰਜਿਸਟ੍ਰੇਸ਼ਨ ਤਾਂ ਇਹ 4 ਰੂਲ ਹੋ ਚੁੱਕੇ ਨੇ ਬਾਏ ਬਰਥ ਬਾਏ ਰਜਿਸਟ੍ਰੇਸ਼ਨ ਇਸ ਤੋਂ ਬਾਅਦ ਹੈ ਬਾਏ ਨਿਊਟਰਲਾਈਜੇਸ਼ਨ। ਬਾਏ ਨਿਊਟਰਲਾਈਜੇਸ਼ਨ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਇਟ ਕੈਨ ਵੀ ਇਕਵਾਇਰ ਬਾਏ ਅ ਫੋਰਨਰ ਜੋ ਬਾਹਰਲੇ ਲੋਕ ਹੈ ਇਹਨਾਂ ਦੁਆਰਾ ਕੀ ਵੀ ਕੀ ਕੀਤੀ ਜਾਂਦੀ ਹੈ ਇਕਵਾਇਰ ਕੀਤੀ ਜਾ ਸਕਦੀ ਹੈ। ਤਾਂ ਆਪਣਾ ਪਹਿਲਾ ਬਾਏ ਬਰਥ ਹੋ ਚੁੱਕਿਆ ਬਾਏ ਡੀਸੈਂਟ ਵੀ ਹੋ ਚੁੱਕਿਆ ਇਸ ਤੋਂ ਬਾਅਦ ਬਾਏ रजिस्ट्रेशन भी हो चुके हैं। इसके बाद गल कर रहे हैं बाय न्यूट्रलाइजेशन। इसके अकॉर्डिंग की है अगर कोई फॉरनर जो कि है 12 साल तो इत्थे रह रहा है इंडिया दे विच है 12 साल तो इंडियन दे विच है तो उन्होंने भी की है प्रोवाइड हो सकती है इंडियन सिटीजनशिप। इसके बाद है बाय इनकॉर्पोरेशन ऑफ टेरिटरी। ਇਹਦਾ अर्थ ਇਹਦਾ की मतलब है बाय इनकॉर्पोरेशन ऑफ टेरिटरी। इट मीनस अगर इंडिया कोई ਟੈਰੀਟਰੀ ਨੂੰ ਇਕਵਾਇਰ ਕਰ ਲੈਂਦਾ ਹੈ ਕਿਸੇ ਹੋਰ ਆਊਟਸਾਈਡ ਟੈਰੀਟਰੀ ਨੂੰ ਜਾਂ ਜਿਵੇਂ ਕਹਿ ਲਓ ਚਾਈਨਾ ਤੋਂ ਜਾਂ ਬੰਗਲਾਦੇਸ਼ ਤੋਂ ਕੋਈ ਟੈਰੀਟਰੀ ਇਕਵਾਇਰ ਕਰ ਲੈਂਦਾ ਹੈ ਉਸ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹਦੇ ਜੋ ਹੋਣਗੇ ਉੱਥੋਂ ਦੇ ਵੀ ਜੋ ਉਸ ਏਰੀਆ ਦੇ ਵਿੱਚ ਵੀ ਜੋ ਲੋਕ ਰਹਿਣਗੇ ਉਹਨਾਂ ਨੂੰ ਵੀ ਕੀ ਕੀਤਾ ਜਾਏਗਾ ਇੰਡੀਅਨ ਸਿਟੀਜ਼ਨਸ਼ਿਪ ਪ੍ਰੋਵਾਈਡ ਹੋਏਗੀ। ਤਾਂ ਇਹ 5 ਜੋ ਆਪਣੇ ਰੂਲਸ ਨੇ 5 ਵੇਜ਼ ਨੇ ਜਿਹਦੇ ਥਰੂ ਕੀ ਹੈ सिटीजनशिप की हो सकती है प्रोवाइड सिटीजनशिप गेन की जाती है बाय बर्थ बाय डिसेंट बाय न्यूट्रलाइजेशन बाय रजिस्ट्रेशन बाय इनकॉर्पोरेशन ऑफ टैरिटरी। तो ये थ्रू की है एक्ट 1955 ਦੇ ਵਿੱਚ ਇਹਨਾਂ 5 ਵੇਜ਼ ਦੀ ਗੱਲ ਕੀਤੀ ਗਈ ਹੈ ਜਿਹਦੇ ਥਰੂ ਕੀ ਹੈ ਇੰਡੀਅਨ ਸਿਟੀਜ਼ਨਸ਼ਿਪ ਨੂੰ ਇਕਵਾਇਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਹੈ ਲॉस ਆਫ ਸਿਟੀਜ਼ਨਸ਼ਿਪ। ਹੁਣ ਆਪਾਂ ਨੇ ਦੇਖਿਆ ਕਿ ਆਪਾਂ ਇਕਵਾਇਰ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਇੰਡੀਅਨ ਸਿਟੀਜ਼ਨਸ਼ਿਪ ਨੂੰ। ਇਸ ਦੇ ਬਾਅਦ ਕਰ ਸਕਦੇ ਆਪਾਂ ਗਵਾ ਕਿਵੇਂ ਸਕਦੇ ਹਾਂ ਇਸ ਨੂੰ ਇਕਵਾਇਰ ਕਰਨਾ ਅਰਜਿਤ ਕਰਨਾ लॉस करना उस पोस्ट ਨੂੰ गवा देना या उस ठीक है। तो लॉस ऑफ सिटीजनशिप तो ये लिए है बाय रीनाउंसीएशन। तो ये बाद की है कि परसन के खुद ही गिव अप कर दे सिटीजनशिप तो ये हो सकता है। तो पहला की है बाय रीनाउंसीएशन। ये थ्रू की है कि जो परसन है खुद ही की गिव अप कर सकता है इंडियन सिटीजनशिप तो। इससे बाद है बाय टर्मीनेशन। बाय टर्मीनेशन के बाद की गल है ये है कि वैन इंडियन सिटीजन वॉलंटियर इक्वायर द सिटीजनशिप ऑफ अनदर कंट्री हिज इंडियन सिटीजनशिप ऑटोमैटिकली टर्मीनेटेड। यानी कि अगर कोई परसन है बाहर जाके इंडिया तो बाहर जाके किसी होर कंट्री की सिटीजनशिप इक्वायर कर लेंदा है तो ऑटोमैटिकली उत्थे ही जो दी इंडियन सिटीजनशिप है उसनू की कर दिता जाएगा टर्मीनेट कर दिता जाएगा उन्होंने खारिज कर दिता जाएगा। इसके बाद है बाय डीप्राइवेशन।
ਤਾਂ ਇਹਦੇ ਵਿੱਚ ਹੈ ਬਾय डिप्राइवेशन तो है कि ऑफ सिटीजनशिप बाय द गवर्नमेंट ऑफ इंडिया ऑन द बेसिस ऑफ एक्विजिशन ऑफ सिटीजन बाय फ्रॉड, हेल्पिंग एन एनिमी ड्यूरिंग अ वॉर और बीइंग डिसलॉयल टू द कॉन्स्टिट्यूशन। तो उसकी सिटीजनशिप उस तो खो ली जाएगी जेकर कुछ केसेस दे विच यानी कि वो कोई फ्रॉड है, वॉर का यानी कि वॉर का पीरियड है तो एनिमी का उन्हें साथ दिता है, ठीक है, तो जो उन्हें कॉन्स्टिट्यूशन को लैके कोई डिसलॉयल्टी शो की है तो उसके बेस के उत्ते की है वो जो सिटीजनशिप है उस तो वो खो ली जाएगी, वो इंडियन सिटीजनशिप को गवा देगा। इसके बाद है ओवरसीज सिटीजन ऑफ इंडिया। ओवरसीज सिटीजनस ऑफ इंडिया की है सिटीजनशिप एक्ट बीन अमेंडेड इन 2003, तो 2003 ਦੇ ਵਿੱਚ ਇੱਕ अमेंडमेंट पास होया सिटीजनशिप एक्ट हैज़ बीन जिन्हों की ओवरसीज सिटीजन ऑफ इंडिया क्या चाहता है वाई विच पीपल ऑफ इंडियन ओरिजिन ऑफ 16 स्पेसिफाइड कंट्रीज एक्सपेक्टेड पाकिस्तान एंड बांग्लादेश विल बिकम एलिजिबल टू रजिस्टर एज द ओवरसीज सिटीजनस ऑफ इंडिया। तो ओवरसीज सिटीजनशिप ऑफ इंडिया किन्हों प्रोवाइड की जा सकती है? ओवरसीज सिटीजनशिप ऑफ इंडिया सिटीजनस ऑफ इंडिया। तो ये की है कुछ 16th जो कंट्रीज़ ने उन्होंने चूज़ किया गया कि वो अगर इत्थे आके रह रहे हैं तो उन्होंने 16th कंट्रीज़ नू की है कि उन्होंने ओवरसीज नॉट इंडियन सिटीजनशिप ओवरसीज सिटीजनशिप जो है सिटीजन ऑफ इंडिया उन्होंने डिकलेयर किया जाऊगा। तो ये की ने इन्होंने 2 कंट्रीज़ नू छड्डिया गया पाकिस्तान तो बांग्लादेश नू छड्ड के 16th कंट्रीज़ नू इनकलूड किया गया जिन्होंने की है ओवरसीज सिटीजन ऑफ इंडिया का जो दर्जा प्रोवाइड किया जाता है। तो ये गल की गई है OCI and the entitled to some benefits like multiple entry, multi-purpose lifelong visas, they can live and work in India or their country of the neutralization। तो इसे अकॉर्डिंग ओवरसीज सिटीजन ऑफ इंडिया उन्होंने कि एक लॉन्ग टाइम लिए वीज़ाज प्रोवाइड होंगे जिथे कि वो इंडिया के आके रह सकते हैं कि ते अपना काम काज कर सकते हैं। बट ये होर गल की गई है दे आर नॉट एंटिटल्ड टू होल्ड कॉन्स्टिट्यूशनल पोस्ट्स एंड एम्प्लॉयमेंट इन द गवर्नमेंट ऑफिस एंड दे कांट वोट। तो उन्होंने ये अधिकार तो दिता गया है कि वो इंडिया के आके कि रह सकते हैं काम कर सकते हैं, ठीक है जी, बट उन्होंने की अधिकार नहीं है। तो कॉन्स्टिट्यूशनल जो राइट्स ने उन्होंने वो प्रोवाइड नहीं है। एक उन्होंने राइट टू वोट का अधिकार नहीं है इत्थे, तो दूसरा कोई भी उन्होंने जो गवर्नमेंट पोस्ट है उन्होंने की है वो हायर नहीं कर सकते, ठीक है जी। तो ये 2 चीज़ा ने इन्होंने इतों जो चीज़ा नहीं प्रोवाइड होनिया, एक वो कोई गवर्नमेंट पोस्ट के उत्ते नहीं आ सकते, तो दूसरा की है उन्होंने राइट टू वोट नहीं है। अदरवाइज़ की है ओवरसीज सिटीजन ऑफ द इंडिया जो है ये अकॉर्डिंग की है उन जो परसन जो 16th कंट्रीज़ में बिलोंग करते हैं 16 कंट्रीज़ ने उन्होंने अगर बिलोंग करते पाकिस्तान तो बांग्लादेश को छड्ड के तो उन्होंने की है जो ओवरसीज सिटीजन ऑफ इंडिया डिकलेयर किया जाएगा। बट उन्होंने की है पोस्ट नहीं प्रोवाइड होगी, ना वो गवर्नमेंट पोस्ट के उपर आ सकते हैं, ना ही उन्होंने वोट ऑफ राइट जो है राइट ऑफ वोट का अधिकार है। ऑल परसनस ऑफ द इंडियन ओरिजिन कार्ड होल्डर आर deemed to the overseas citizen of the India card holders with effect from the 19th July 2015। तो बस ये भी यही गल की गई है कि जो कार्ड होल्डर ने वो सिटीजनस ही होंगे जो सिटीजन इंडियन ओरिजिन के ने। तो एक सीगा जो अपना सिटीजनशिप जिहदे आपने जाने कि सिटीजनशिप की है जो कि आर्टिकल अपना 5 to 11 जो कि है 5 to 11 पार्ट 2 की है सिटीजनशिप की गल करते हैं। तो ये बाद अपने देखा कि सिटीजनशिप एक्ट 1955 के 5 वेज के द्वारा जो गल की गई कि किस तरीके दे नाल इंडियन सिटीजनशिप को इक्वायर किया जा सकता है। तो उसके बाद आपने गल की कि किस तरीके दे नाल जो इंडियन सिटीजनशिप को की किया जा सकता है, लॉस किया जा सकता है, यानी कि उन्होंने गवाया जा सकता है। तो ये कुछ आपने जानिया। तो इसके बाद किसी एक होर अमेंडमेंट आया सी सिटीजनशिप अमेंडेड एक्ट 2019। ये किसी ये एक्ट सी 1955 के नाल ही अमेंडेड सी। द अमेंडेड एक्ट प्रोवाइडेड द हिंदूज ये अकॉर्डिंग की सी जो सिटीजनशिप किनू प्रोवाइड सी हिंदू सिख्स बुद्धिस्ट जैन्स जो सी पैरासिस एंड द क्रिश्चियंस फ्रॉम अफगानिस्तान बांग्लादेश पाकिस्तान हु एंटर्ड इंडिया on before 31st December 2000
December 2014 will not be treated as the illegal migrated and will be eligible for granted of the citizenship. It also reduces the period of the naturalization for such a group of persons from 11 years to 5 years. ਇਹਦੇ ਪਿੱਛੇ ਕਾਫੀ ਡਿਸਪਿਊਟਸ ਵੀ ਕਾਫੀ ਹੋਏ ਸੀ। ਪਹਿਲੀ ਗੱਲ ਇਹਦੇ ਵਿੱਚ ਕੀ ਸੀ, ਜੋ ਨਿਊਟਰਲਾਈਜੇਸ਼ਨ ਦੀ ਆਪਾਂ ਨੇ ਦੇਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਐਕਵਾਇਰ ਕਰ ਸਕਦਾ, ਉਹਦੇ ਵਿੱਚ ਏਜ ਸੀ 11 ਸਾਲ ਦੀ ਜੋ ਲਿਮਿਟ ਰੱਖੀ ਹੋਈ ਸੀ, 11 ਸਾਲ ਤੱਕ ਕੀ ਕਰ ਸਕਦਾ ਉਹ ਜੋ ਹੈ ਸਿਟੀਜ਼ਨਸ਼ਿਪ 11 ਸਾਲ ਤੋਂ ਬਾਅਦ ਸਿਟੀਜ਼ਨਸ਼ਿਪ ਪ੍ਰੋਵਾਈਡ ਉਸਨੂੰ ਮਿਲ ਸਕਦੀ ਹੈ, ਬਟ ਉਹਦੀ ਉਮਰ ਜੋ ਕਿ ਹੈ ਘਟਾ ਕੇ 5 ਕਰ ਦਿੱਤੀ ਗਈ। ਤੇ ਇਹਦੇ ਵਿੱਚ ਬਾਕੀ ਗੱਲ ਕੀਤੀ ਗਈ ਸੀ ਜੋ ਹਿੰਦੂਜ਼, ਸਿੱਖਸ ਐਂਡ ਬੁੱਧਿਜ਼ਮ, ਜੈਨਸ, ਪੈਰਿਸ, ਕ੍ਰਿਸਚਨਸ ਨੇ, ਤੇ ਇਹ ਕੀ ਕਰਦੇ ਨੇ ਜੋ ਕਿ ਨੇ ਮਾਈਗ੍ਰੇਟ ਕਰਦੇ ਨੇ ਇਹਨਾਂ ਕੰਟਰੀਜ਼ ਦੇ ਵਿੱਚ ਮਾਈਗ੍ਰੇਟ ਕਰ ਸਕਦੇ, ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਪ੍ਰੋਵਾਈਡ ਹੋ ਸਕਦੀ ਹੈ। ਤਾਂ ਇਸ ਐਕਟ ਦੇ ਵਿੱਚ ਗੱਲ ਕੀਤੀ ਗਈ ਸੀ। ਤਾਂ ਕੁਝ ਕੁ ਕੰਟਰੀਜ਼ ਨੂੰ ਇਹਨਾਂ ਨੂੰ ਕਿਸੇ ਅਬੋਲਿਸ਼ ਕਰਤਾ ਸੀ, ਜਿਸ ਤਰ੍ਹਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼, ਇਹਨਾਂ ਦੇ ਉੱਤੋਂ ਇਹਨਾਂ ਨੂੰ ਇਹ ਰਾਈਟਸ ਨਹੀਂ ਪ੍ਰੋਵਾਈਡ ਸੀ। ਤਾਂ ਇਹ ਆਪਾਂ ਨੇ ਅੱਜ ਕੁਝ ਜਾਣਿਆ ਸਿਟੀਜ਼ਨਸ਼ਿਪ ਬਾਰੇ, ਤੇ ਇੱਕ ਆਪਾਂ ਨੇ ਜਾਣਿਆ ਸੀ ਯੂਨੀਅਨ ਐਂਡ ਇਟਸ ਟੈਰੀਟਰੀ, ਤੇ ਕੁਝ ਜੋ ਸੀ ਕਮਿਸ਼ਨਸ ਸਾਹਮਣੇ ਆਈਆਂ ਸੀ ਜੋ ਗੱਲ ਕਰ ਰਹੀਆਂ ਸੀ ਲੈਂਗੁਏਜ ਦੇ ਬੇਸ 'ਤੇ ਫਾਰਮ ਵੀ ਜੋ ਸਟੇਟਸ ਨੇ ਐਂਡ ਯੂਨੀਅਨ ਟੈਰੀਟਰੀਜ਼ ਨੇ ਉਹ ਕਿਸ ਬੇਸ ਦੇ ਉੱਤੇ ਫਾਰਮ ਹੋਣਗੀਆਂ, ਤਾਂ ਉਹਨਾਂ ਬਾਰੇ ਆਪਾਂ ਨੇ ਗੱਲ ਕੀਤੀ ਸੀ। ਤਾਂ ਇਹ ਅੱਜ ਆਪਣਾ ਇਹੀ ਟੌਪਿਕ ਸੀ ਜਿਹਦੇ ਵਿੱਚ ਆਪਾਂ ਨੇ ਸਿਟੀਜ਼ਨਸ਼ਿਪ ਅਤੇ ਯੂਨੀਅਨ ਐਂਡ ਇਟਸ ਟੈਰੀਟਰੀ ਬਾਰੇ ਪੜ੍ਹਿਆ। ਤਾਂ ਇਸ ਤੋਂ ਬਾਅਦ ਆਪਣਾ ਨੈਕਸਟ ਚੈਪਟਰ ਹੋਏਗਾ, ਇਹ ਆਪਣਾ ਇੱਥੋਂ ਤੱਕ ਹੀ ਸੀ। ਤੇ ਅੱਜ ਦੇ ਲਈ ਇੰਨਾ ਹੀ। ਥੈਂਕ ਯੂ।